ਅੱਜ ਜੈਦਾਂ ਦੇ ਇਸ ਨਗਰ ਵਿੱਚ ਇਕੱਤਰ ਸਮੂਹ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਆ ਕਿ ਜੈਦਾਂ ਦਾ ਜਿਹਦਾ ਹਰ ਬਸ਼ਰ, ਖਾਸ ਤੌਰ ਤੇ ਮੇਰੀਆਂ ਬਹੁਤ ਆਦਰਨੀय ਸਤਿਕਾਰਯੋਗ ਬੀਬੀਆਂ ਭੈਣਾਂ, ਸਾਰੇ ਪਿੰਡ ਦੇ ਪੱਗਬੰਨ ਜ਼ਿੰਮੇਵਾਰ ਵਿਅਕਤੀ, ਪਿੰਡ ਦੇ ਨੌਜਵਾਨ ਤੇ ਲਾਗੇ ਪਿੰਡਾਂ ਦੇ ਚੀਦਾ ਅੱਛੇ ਵਿਅਕਤੀ ਜਿਹੜੇ ਸਰਪੰਚ ਨੇ, ਜਿਹੜੇ ਜ਼ਿੰਮੇਵਾਰ ਨੇ, ਉਹ ਅੱਜ ਹਰਵਿੰਦਰ ਸਿੰਘ ਰਿੰਕੂ ਸਰਪੰਚ ਜੈਦਾਂ ਦੇ ਘਰ ਵਿੱਚ ਇਕੱਤਰ ਆ। ਸਾਡੇ ਮੇਰੇ ਵੱਡੇ ਵੀ ਰਸ਼ਪਾਲ ਸਿੰਘ ਜੀ ਬੱਚਾ ਜੀ, ਜਿਹੜੇ ਮਾਰਕੀਟ ਕਮੇਟੀ ਘਾਟ ਦੇ ਚੇਅਰਮੈਨ ਨੇ, ਉਹ ਵਿਰਾਜਮਾਨ ਨੇ, ਤੇ ਬਾਕੀ ਜਿੰਨੇ ਨਾਮ ਸਰਪੰਚ ਸਾਹਿਬ ਨੇ ਮੇਰੇ ਤੋਂ ਪਹਿਲਾਂ ਲਏ, ਉਹਨਾਂ ਸਾਰੇ ਨਾਮਾਂ ਦੀ ਮੈਂ ਤਾਰੀਫ ਕਰਦਾ। ਦੋਸਤੋ, ਅੱਜ ਆਪਾਂ ਕਾਫੀ ਅਰਸੇ ਬਾਅਦ ਇਕੱਠੇ ਹੋਏ। ਉਹਦਾ ਕਾਰਨ ਇਹ ਸੀਗਾ ਕਿ ਪਿਛਲੀ ਵਾਰ ਤੁਸੀਂ ਸਾਰਿਆਂ ਨੇ ਮੈਨੂੰ ਮੇਰਾ ਸਮਰਥਨ ਕਰਕੇ, ਸਾਰੇ ਹਲਕੇ ਦੇ ਲੋਕਾਂ, ਸਾਰੇ ਵਰਗਾਂ ਦੇ ਲੋਕਾਂ ਨੇ ਮੇਰੀ ਮਦਦ ਕਰਕੇ ਤੁਸੀਂ ਮੈਨੂੰ ਨਵਾਜ਼ ਕੇ ਐਮਐਲਏ ਬਣਾ ਕੇ ਭੇਜਿਆ ਸੀ। ਐਮਐਲਏ ਬਣਾਇਆ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਵੱਲੋਂ। ਮੈਂ ਆਮ ਆਦਮੀ ਪਾਰਟੀ ਵਿੱਚ ਜਾ ਕੇ ਜਿੰਨੀ ਮੇਰੇ 'ਚ ਸਮਰੱਥਾ ਸੀਗੀ, ਪੰਜਾਬ ਦੇ ਜਿਹੜੇ ਅਸਲ ਮੁੱਦੇ ਸੀ ਸਾਰੇ ਲੋਕਾਂ ਦੇ, ਉਹਨਾਂ ਨੂੰ ਆਪਣੀ ਜਿੰਨੀ ਮੇਰੇ 'ਚ ਅਕਲ ਕਾਬਲੀਅਤ ਸੀ, ਮੈਂ ਉਹਨੂੰ ਉਠਾਉਣ ਦਾ ਕੋਸ਼ਿਸ਼ ਕੀਤੀ। ਮੈਨੂੰ 1 ਸਾਲ ਦਾ ਸਮਾਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਬਣਨ ਦਾ ਵੀ ਮੌਕਾ ਮਿਲਿਆ। ਲੀਡਰ ਆਫ ਆਪੋਜੀਸ਼ਨ ਕਾਫੀ ਅੱਛੀ ਪੋਜੀਸ਼ਨ ਹੁੰਦੀ ਆ, ਉੱਥੇ ਵੀ ਰਹਿ ਕੇ ਮੈਂ ਆਪਣੇ ਅਹੁਦੇ ਦੇ ਨਾਲ ਇਨਸਾਫ ਪਸੰਦੀ ਕੀਤੀ। ਮੈਂ ਕਾਫੀ ਨਿਡਰਤਾ ਦੇ ਨਾਲ ਸਰਕਾਰ ਦੀਆਂ ਗਲਤ ਨੀਤੀਆਂ ਦੇ ਉੱਤੇ ਆਪਣੇ ਜਿਹੜਾ ਸੀਗਾ ਨਿਸ਼ਾਨਾ ਸਾਧਿਆ। ਮੇਰੇ ਕਰਕੇ ਉਸ ਸਰਕਾਰ ਦੇ ਵਿੱਚ ਇੱਕ ਮਿਨਿਸਟਰ ਜਿਹੜਾ ਕਿ ਰੇਤਾ ਤੇ ਖੱਡਾਂ ਦੇ ਵਿੱਚ ਇਨਵੋਲਵ ਸੀਗਾ, ਉਹਨੂੰ ਅਸਤੀਫਾ ਦੇਣਾ ਪਿਆ। ਮੇਰੇ ਇਸ ਕੰਮ ਕਰਨ ਦੇ ਤਰੀਕੇ ਨਾਲ ਮੇਰੇ ਤੇ ਸਰਕਾਰ ਨੇ ਇੱਕ ਬਹੁਤ ਖਤਰਨਾਕ ਐਨਡੀਪੀਐਸ ਦਾ ਡਰੱਗਸ ਦਾ ਮਾਮਲਾ ਫਾਜ਼ਿਲਕਾ ਵਿੱਚ ਬਿਲਕੁਲ ਬੇਬੁਨਿਆਦ ਮੇਰੇ ਉੱਤੇ ਜੋੜ ਦਿੱਤਾ। ਮੈਂ ਅੱਜ ਇਕੱਲਾ ਕੇਸ ਭੁਗਤ ਰਿਹਾ ਹਾਂ। ਸੁਪਰੀਮ ਕੋਰਟ ਤੱਕ ਮੈਨੂੰ ਲੜਨਾ ਪਿਆ। ਸੁਪਰੀਮ ਕੋਰਟ ਨੇ ਮੇਰੇ ਉਸ ਮੁਕੱਦਮੇ ਵਿੱਚ ਮੈਨੂੰ ਸਟੇ ਦਿੱਤਾ। ਜਿਹੜਾ ਤੁਸੀਂ ਪਿੱਛੇ ਕੋਈ ਮਾਰਚ ਦੇ ਮਹੀਨੇ ਵਿੱਚ ਮੇਰੇ ਘਰਾਂ ਵਿੱਚ ਰੇਟ ਦੇਖੇ ਸੀਗੇ, ਜਿਹੜੇ ਈਡੀ ਇੱਕ ਬਹੁਤ ਵੱਡੀ ਏਜੰਸੀ ਹੈ, ਜਿਹੜੇ ਤੁਹਾਡੇ ਪੁਰਾਣੇ ਬਹੁਤ ਸਾਰੇ ਲੋਕ ਮੁਲਾਜ਼ਮ ਰਿਟਾਇਰ ਹੋਏ ਨੇ। ਇਸ ਦੇਸ਼ ਵਿੱਚ ਇੱਕ ਈਡੀ ਬਹੁਤ ਵੱਡੀ ਇਨਫੋਰਸਮੈਂਟ ਡਾਇਰੈਕਟੋਰੇਟ ਏਜੰਸੀ, ਉਹਨੇ ਮੇਰੇ ਘਰਾਂ ਵਿੱਚ ਬਹੁਤ ਛਾਪਾਮਾਰੀ ਕੀਤੀ, ਸਿਰਫ ਇਸ ਨਜ਼ਰੀਏ ਨਾਲ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਉਠਾਉਂਦਾ ਸੀ। ਕਿਸਾਨ ਅੰਦੋਲਨ ਵਿੱਚ ਮੈਂ ਲਗਾਤਾਰ ਨਿਰੰਤਰ ਮੇਰਾ ਜਾਣਾ। ਕਿਸਾਨ ਅੰਦੋਲਨ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਇੱਕ ਨਵਰੀਤ ਸਿੰਘ ਦਿਗਦਬਾ ਪਿੰਡ ਦਾ, ਰੁਦਰਪੁਰ ਦਾ ਮੁੰਡੇ ਦਾ ਦਿੱਲੀ ਦੀ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣਾ, ਉਹ ਮੈਂ ਬੀੜਾ ਚੱਕਿਆ। ਉਹਦੇ ਦਾਦਾ ਜੀ ਹਰਦੀਪ ਸਿੰਘ, ਉਹਨਾਂ ਨੂੰ ਮੈਂ ਉਸ ਪਰਿਵਾਰ ਨੂੰ ਇਨਸਾਫ ਦੀ ਦਿਸ਼ਾ ਵੱਲ ਲੈ ਕੇ ਗਿਆ। ਦਿੱਲੀ ਦੇ ਹਾਈ ਕੋਰਟ ਵਿੱਚ ਉਹਨਾਂ ਦਾ ਮੁਕੱਦਮਾ ਲੈ ਕੇ ਗਿਆ। ਇਹ ਗੱਲਾਂ ਸਾਰੀਆਂ ਮੌਕੇ ਦੀਆਂ ਸਰਕਾਰਾਂ ਨੂੰ ਮਾੜੀਆਂ ਲੱਗਦੀਆਂ ਨੇ ਕਿ ਇਹ ਆਦਮੀ ਸਾਡੇ ਰਾਹ ਵਿੱਚ ਰੋੜਾ ਬਣਦਾ ਹੈ। ਇਸ ਕਰਕੇ ਉਹਨਾਂ ਨੇ ਮੇਰੇ ਉੱਤੇ ਈਡੀ ਦੇ ਮੁਕੱਦਮੇ ਬਣਾਤੇ। ਮੈਂ ਪਰਸੋਂ ਫਿਰ ਮੇਰੀ ਈਡੀ ਦੀ ਦਿੱਲੀ ਵਿਖੇ ਤਰੀਕਾ, ਕਿਉਂਕਿ ਤਰੀਕਾ ਸਾਰੀਆਂ ਦਿੱਲੀ ਪੈਂਦੀਆਂ ਨੇ। ਇਸ ਕਰਕੇ ਮੈਂ ਇਹ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ, ਆਪਾਂ ਹਲਕਾ ਭਲੱਤ ਦੇ ਸਾਰੇ ਆਪਾਂ ਲੋਕ ਬੈਠੇ ਹਾਂ, ਜਿਹੜੇ ਪੁਰਾਣੇ ਸੱਜਣ ਬੈਠੇ ਨੇ ਇੱਥੇ, ਉਹ ਸਾਰੇ ਜਾਣਦੇ ਨੇ। ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਆਪਣੇ ਦਰਮਿਆਨ ਨਹੀਂ, ਉਹਨਾਂ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀਗੀ ਜੀ। 1972 ਤੋਂ ਬਾਅਦ ਅਗਲਾ ਸਾਲ 2022 ਗਿਆ, 50 ਸਾਲ ਪੂਰੇ ਹੋਣ ਜਾ ਰਹੇ ਆ। 50 ਸਾਲ, ਅੱਧੀ ਸਦੀ, ਇਹ ਸਾਡਾ ਤੇ ਤੁਹਾਡਾ ਰਿਸ਼ਤਾ ਵਾ। ਕੁਝ ਆਗੂ ਕਹਿ ਦਿੰਦੇ ਹੁੰਦੇ ਨੇ ਕਿ ਇਹ ਵੀ ਇਸਤੇਮਾਲ ਕਰਦੇ ਨੇ, 9 ਤੇ ਮਾਸ ਦਾ ਰਿਸ਼ਤਾ। ਇਹ ਸਾਡਾ ਤੁਹਾਡੇ ਨਾਲ 9 ਤੇ ਮਾਸ ਦਾ ਅਟੁੱਟ ਰਿਸ਼ਤਾ ਹੈ। ਔਰ ਇਹ ਸਾਰੇ 50 ਸਾਲਾਂ 'ਚ, ਜਦੋਂ ਮੈਂ ਸ਼ੁਰੂਆਤ ਗੱਲ ਕੀਤੀ ਕਿ ਪਿਛਲੀ ਵਾਰੀ ਤੁਸੀਂ ਸਾਰਿਆਂ ਨੇ ਮੈਨੂੰ ਪ੍ਰੇਰਿਆ, ਐਨਆਰਆਈਜ਼ ਦੀ ਪ੍ਰੇਰਿਆ, ਮੈਂ ਆਮ ਆਦਮੀ ਪਾਰਟੀ ਚਲੇ ਗਿਆ, ਲੇਕਿਨ ਮੈਂ ਹੁਣ ਮਹਿਸੂਸ ਕਰ ਰਿਹਾ ਮੇਰਾ ਜਾਣਾ ਜਿਹੜਾ ਸੀਗਾ ਉਹ ਗਲਤ ਸੀਗਾ। ਸੋ ਜ਼ਿੰਦਗੀ 'ਚ ਤੁਸੀਂ ਪਰਿਵਾਰਕ ਲੋਕ ਬੈਠੇ ਹੋ, ਗ੍ਰਸਤੀ ਲੋਕ, ਆਪਾਂ ਘਰ 'ਚ ਵੀ ਕਈ ਵਾਰੀ ਫੈਸਲਾ ਲੈਂਦੇ ਹੋ, ਉਹਦਾ ਫੈਸਲਾ ਠੀਕ ਨਹੀਂ ਉਤਰਦਾ। ਆਪਾਂ ਆਪਣੇ ਬੱਚੇ ਦੇ ਬੱਚੀ ਦਾ ਰਿਸ਼ਤਾ ਕਰਦੇ ਕਿ ਉਹ ਰਿਸ਼ਤਾ ਸਿਰੇ ਨਹੀਂ ਚੜ੍ਹਦਾ। ਇਸੇ ਤਰ੍ਹਾਂ ਹੀ ਮੇਰਾ ਜਿਹੜਾ ਫੈਸਲਾ ਸੀਗਾ, ਮੈਂ ਸਮਝਦਾ ਕਿ ਮੇਰੇ ਤੋਂ ਫੈਸਲਾ ਜਿਹੜਾ ਸੀਗਾ ਉਹ ਗਲਤ ਹੋਇਆ। ਸੋ ਮੈਂ ਤੁਹਾਡੀ ਕਚਹਿਰੀ 'ਚ ਅੱਜ ਇਹ ਸਵੀਕਾਰ ਕਰਦਾ ਕਿ ਫੈਸਲੇ ਲੈਣ ਵਿੱਚ ਮੈਂ ਗਲਤੀ ਕਰ ਸਕਦਾ ਹਾਂ। ਅਕਸਰ ਇਨਸਾਨ ਆ, ਕੋਈ ਮੈਂ ਕਿਸੇ ਹੋਰ ਮੇਰੇ ਕੋਲ ਕੋਈ ਖਾਸ ਤਾਕਤਾਂ ਨਹੀਂ, ਸ਼ਕਤੀਆਂ ਨਹੀਂ ਗਿਆ, ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਨਾਲ ਕਦੀ ਮਨੋਂ ਮਿੱਥ ਕੇ ਕੋਈ ਬੇਈਮਾਨੀ ਨਹੀਂ ਕਰੀ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਕੀਤੀ। ਕੋਈ ਆਦਮੀ ਅੱਜ ਇਸ ਹਲਕੇ ਦੇ ਵਿੱਚ 1.5 ਲੱਖ ਵੋਟਰਾਂ ਤੇ 3.25 ਕਰੋੜ ਆਬਾਦੀ ਪੰਜਾਬ ਦੀ ਆ। ਕੋਈ ਆਦਮੀ ਇਹ ਨਹੀਂ ਕਹਿ ਸਕਦਾ ਕਿ ਹਾਂ ਸੁਖਪਾਲ ਸਿੰਘ ਖਹਿਰੇ ਨੇ ਸਾਡੇ ਨਾਲ ਕੋਈ ਧਰੋਹ ਕੀਤਾ, ਕੋਈ ਕਰਪਸ਼ਨ ਕੀਤੀ, ਕੋਈ ਗਲਤ ਕੰਮ ਕੀਤਾ, ਕੋਈ ਸਾਡੇ ਨਾਲ ਹੇਰਾਫੇਰੀ ਕੀਤੀ, ਇਹ ਕਿਸੇ ਨੇ ਨਹੀਂ ਕੋਈ ਕਰ ਸਕਦਾ।
सो मैं समझदा कि जिथे मेरे 100 मिटाइयां होणगियां, बहुत कमियां ने, हर आदमी च कमियां होंदियां ने, कोई आदमी 100 के नाल संपूर्ण नहीं हो सकता, पर मैं ये कह सकता कि मैं अपने लोगों के प्रति, अपने हल्के के प्रति, अपने सूबे के प्रति लोगों के वफादारी ना काम किया। अब ताजे जो उदाहरण मैनूं चेते आउंदे आ, तुहाडे लागे पिंड है अकाला, इत्थे एक जोगिंदर सिंह गुज्जर इटली तो आया सीगा, कोई साल पुरानी गल है, कि जदों वो आया तो उत्थे उहनूं पुलिस ने गिरफ्तार कर लिया आउंदे सार ही कि इस बंदे ने जिहड़ा खालिस्तान की लहर में बाहर इटली में काम किया, तो वो यूएपा का कानून ला दिता, UAPA काला कानून है, बहुत बड़ा टाटा, जिहदे ना जमानत होंदी है, ना कोई मिल सकता वा, चलान भावें पुलिस 3 महीने ना करे, 6 महीने ना करे, साल ना करे, सारिया छोटा छोटा। पर मैं उधर केस चक्या, मैनूं लग्या मैं पिंड गया, मैनूं किसी ने कहा नहीं, वो मेरा सपोर्टर नहीं सीगा, हो सकता वो पिंड वाले ने दस्सिया कि बीबी जगीर कौर का सपोर्टर सीगा, पर मैं ये थोड़ा देखना कि किहने किहनूं वोट पाई, मैं हल्के का MLA सीगा, मैं गया, मैं सारी गल तस्दीक करने तो बाद उन्होंने जोरदार ढंग नाल मसला उठाया। SSP साडे बहुत अच्छे से उस वक्त सतिंदर सिंह, मैं उन्होंने चंगी तरह समझाया, मैं कहा तुसीं गलत काम कर रहे हो, ये तो बंदा अंदर ही मर जाऊगा, 65 साल का हार्ट पेशेंट है, बचाऊगा कौन। खैर मेरी गल सुनदे आ, दबाव मानदे आ, पंजाब सरकार ने, पंजाब पुलिस ने ओहदा जवाबा जो मैं उसको जेल विचों कढा के लेके आया, मेरी भैनों ते भराओ, ਉਹਦਾ ਪਾਸਪੋਰਟ ਦਵਾਇਆ, ਉਹ ਇਟਲੀ ਆਪਣੇ ਬੱਚਿਆਂ ਕੋਲ ਤਾਂ ਆਪਣੀ ਵਾਈਫ ਕੋਲ ਜਾ ਸਕਦਾ ਵਾ। ਇਹ ਇੱਕ ਛੋਟਾ ਜਿਹਾ ਉਦਾਹਰਨ ਦਿੱਤਾ ਤੁਹਾਨੂੰ, ਪਹਿਲਾਂ ਕਿਹਾ ਕਿ ਜਿਹੜਾ ਦਿੱਲੀ ਟਰੈਕਟਰ ਪੇਟ ਵਿੱਚ ਮਾਰਿਆ ਗਿਆ ਸੀਗਾ ਨਵਦੀਪ ਡਿੱਡਵਾ, ਮੈਂ ਰੁਦਰਪੁਰ ਤੋਂ ਥੋੜ੍ਹਾ ਜਾ ਕੇ ਇਲੈਕਸ਼ਨ ਲੜਨੀ ਸੀ, ਮੇਰਾ ਕੋਈ ਸਰੋਕਾਰ ਨਹੀਂ ਸੀਗਾ, ਪਰ ਮੇਰੀ ਕੌਨਸ਼ੀਅੰਸ, ਮੇਰੀ ਜਿਹੜੀ ਆਤਮਾ ਵਾ ਉਹ ਕਹਿੰਦੀ ਆ ਕਿ ਜਦੋਂ ਕਿਸੇ ਨਾਲ ਗਲਤ ਗੱਲ ਹੁੰਦੀ, ਬੇਇਨਸਾਫੀ ਹੁੰਦੀ ਆ, ਤੇ ਆਪਾਂ ਉਹਦੀ ਆਵਾਜ਼ ਉਠਾਉਣੀ। ਮੈਂ ਰੁਦਰਪੁਰ ਜਾ ਕੇ ਭੋਗ ਤਾਂ ਅਟੈਂਡ ਕੀਤਾ ਹੀ ਕੀਤਾ, ਜਿੱਦਾਂ ਤੁਹਾਨੂੰ ਕਿਹਾ ਕਿ ਮੈਂ ਦਿੱਲੀ ਹਾਈ ਕੋਰਟ ਵਿੱਚ ਜਾ ਕੇ ਉਹਨਾਂ ਦਾ ਮੁਕੱਦਮਾ ਵੀ ਦਾਇਰ ਕਰਵਾਇਆ। इस तरह अनेकों होर केस, मैं जो लीडर ऑफ ओपोजिशन सीगा, जिथे मैं किसी गरीब ने आवाज़ लाई, किसी के खिलाफ कोई ज्यादती होंदी सीगी, मैं पहुंचने की कोशिश, यही वतीरा साडा अपने हल्के भुलक के लोगों के नाल। मैं जो पिछली MLA तुसीं मैनूं बनाया 2007 विच, उदों मेरे अकाली दल की सरकार सी, सिर्फ इस करके क्योंकि मैं उन्होंने गलत गल्लां नूं टोकदा सीगा, मेरे ते 6 झूठे मुकदमे दर्ज कीते सीगे। आ तुहाडे हल्के दे विच अनेकों, शायद 150 झूठा मुकदमा उस वेले साडे वर्करां दे उत्ते दर्ज होया सीगा, सारे बैठे ने इस करके मैं तां सदा अपने लोगों लई, अपने हल्के के लोगों लई लड़दा भिड़दा रहा वा ते लड़दा भिड़दा रहूंगा। तो हुण वाहिगुरू दी किरपा नाल एक बार मैं वापस अपने घर वापसी की। कल बहुत बड़ा एक फैसला होया, जिहदे साडी पार्टी के प्रेजिडेंट नवजोत सिंह सिद्धू बनाया, एक काबल, एक दलेर आगू, और उहदे नाल अगे जिहड़े उन्हां दे सरप्रस्त बैठे ने कैप्टन अमरिंदर सिंह, वो एक बहुत तजर्बेकार, मैच्योर्ड, एक सीजन लीडर है। ये इदां दी वड्डी एक सानूं टीम पार्टी नूं दिल्लीओं मिली आ कि पंजाब दे विच आपां आउण वाले समय दे विच जिहड़े काम बकाया रह गए, मैनूं पता काम रहिंदे हुंदे ने, काम कदी जिंदगी च पूरे नहीं हुंदे। अमरीका नालों कोई ज़्यादा विकसित देश नहीं गा, तुसीं उत्थे भी जाके लोकां नूं पुछोगे कि साडे काम रहिंदे नहीं जी, हले उत्थे भी बेरोजगारी है, उत्थे भी कंप्लेंट्स लोकां दीयां। सो इस करके जिहड़े काम ने आपां अगली टर्म दे विच पूरे करने आ। जिहड़ियां इस वेले साडे उल्ट पार्टियां ने, अकाली दल नूं तां मैं सिर्फ ये कहना चाहुंदा कि देखो, बड़े अफसोस ना कहना पैंदा, किसी वेले आपां सारे अकाली सीगे, मेरे पिता जी अकाली दल विच काम के मोर्चे लगदे सीगे, जेलां च जांदे सीगे। ये जिहड़ा अकाली दल है, इहदे सुखबीर ने एक टब्बर दी पार्टी, एक अपना ग्रोह बना के उसका दुर इस्तेमाल करा, सिर्फ उहदे कोल तकड़ी दा एक निशान है, पर अदरवाइज ਉਹਦੇ ਇਲਜ਼ਾਮ ਦੇਖੋ ਕਿਦਾਂ ਦੇ ਲੱਗੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ 2015 ਦੇ ਵਿੱਚ ਗੁਰਜ ਜਵਾਹਰ ਸਿੰਘ ਵਾਲੇ, ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਹੋਈ ਆ, ਮਲਕੇ ਪਿੰਡ ਆ ਮੋਗੇ ਦੇ ਵਿੱਚ ਹੋਈ ਆ। ਅਕਾਲੀ ਦਲ ਦੀ ਸਰਕਾਰ ਹੋਵੇ ਤੇ ਇਹਨਾਂ ਨੇ ਬੇਅਦਬੀਆਂ ਦੇ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਉਹਨਾਂ ਵਾਸਤੇ ਨਹੀਂ। ਔਰ ਇਨਸਾਫ ਤਾਂ ਕੀ ਦੇਣਾ ਸੀਗਾ, ਜਿਹੜੇ ਤੁਹਾਡੇ ਵਰਗੇ ਚੰਗੇ ਲੋਕ ਉੱਥੇ ਕੋਟਕਪੂਰੇ ਜਾ ਕੇ ਤੇ ਬਾਈਬਲ ਕਾਂਚ ਬੈਠੇ ਕਿ ਇਨਸਾਫ ਹੋਣਾ ਚਾਹੀਦਾ, ਉਹਨਾਂ ਨੂੰ ਗੋਲੀਆਂ ਮਾਰ ਕੇ 2 ਆਦਮੀਆਂ ਨੂੰ ਮਾਰ ਦਿੱਤਾ ਗਿਆ। ਅੱਜ ਤੱਕ ਉਹਨਾਂ ਦੇ ਖਿਲਾਫ ਜਿਹੜੀ परचा दर्ज किया अकाली दल की सरकार ने, अणपछाते बंदियां के खिलाफ दर्ज किया। इस करके सिद्धांतक तौर पर वो अपने राह तो भटक चुके हैं। हुण लख वारी कहण कि असीं गुरु के पैरोकार हाँ, असीं पंथक पार्टियां लोकी पंजाब दे उन्हां नूं मूंह लाउण ते स्वीकार करन वास्ते तैयार हो गए, क्योंकि जिहड़ी गोली चली है, DGP उस वेले सीगा सुमित सिंह सैनी, ये वो आदमी है जिसने सिखां दे नौजवानों नूं 90 के दहाके विच उन्हां दे तशद्दद करके झूठे पुलिस मुकाबले में मार मार के जेलों के सुट्टा, नदियां सुट्टा, दरियावां दे विच सुट दिता। इस करके ये तो उन्होंने गल होगी, जिहड़ा आम आदमी पार्टी है, ये मैं समझदा कि एक मजाक बन के रह गई है। रोज झूठ बोलते हैं, दिल्ली च आ करता, दिल्ली च ओ करता,
पिछले दिनों में पंजाब के ਜਿਹੜੇ अहम रिपोर्ट आई है, ਜਿਹੜੇ ਦਿੱਲੀ ਦੇ ਸਕੂਲਾਂ ਦਾ ਵੇਰਵਾ ਦਿੰਦੇ, पंजाब की गवर्नमेंट ऑफ इंडिया की सर्वे, बीजेपी की सरकार है, ਉਹਦੀ ਸਰਵੇ ਦੇ ਮੁਤਾਬਕ ਪੰਜਾਬ ਦੀ ਐਜੂਕੇਸ਼ਨ ਜਿਹੜੀ ਨੰਬਰ 1 ਤੇ ਇੰਡੀਆ ਦੇ ਵਿੱਚ ਆਈ ਹੈ। ਐਗਰੀਕਲਚਰ ਪ੍ਰੋਡਿਊਸ ਵਿੱਚ ਅੱਜ ਅਸੀਂ ਸਾਰੇ ਹੈ ਰਕਬਾ ਸਾਡਾ ਥੋੜਾ ਜਿਹਾ 2% ਲੋਕ ਆ, ਆਪਾਂ 2% ਲੋਕ ਨੇ ਸਾਰੇ ਇਸ ਦੇਸ਼ ਦਾ 98% ਲੋਕਾਂ ਦਾ ਢਿੱਡ ਭਰਿਆ ਹੋਇਆ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਪੈਨਸ਼ਨਸ ਨੇ ਆ ਹੁਣੇ 250 ਤੋਂ 500 ਕਿੰਨੇ ਸਾਲ ਲੱਗੇ ਨੇ, 500 ਤੋਂ ਹੁਣ ਬੁਢਾਪਾ ਪੈਨਸ਼ਨ ਚੱਕ ਕੇ 1500 ਕੀਤੀ ਗਈ ਹੈ। ਗਰੀਬਾਂ ਦਾ ਸ਼ਗਨ ਸਕੀਮ 51000 ਵਧਾ ਕੇ ਕੀਤੀ ਗਈ ਹੈ। ਸੋ ਇਸ ਕਰਕੇ ਮੈਂ ਕਹਿੰਦਾ ਕਿ ਜਿਹੜੀਆਂ ਪਾਰਟੀਆਂ ਐਵੇਂ ਦਿੱਲੀ ਕਰੀ ਜਾਂਦੀਆਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਇੱਥੇ ਜਿਹੜਾ ਤੁਹਾਨੂੰ ਸਮਾਂ ਮਿਲਿਆ ਤੁਸੀਂ ਇੱਥੇ ਕੀ ਕੀਤਾ ਸਵਾਏ ਝੂਠੇ ਇਲਜ਼ਾਮ ਲਾਉਣ ਤੋਂ, ਸਵਾਏ ਭਗਵੰਤ ਸਿੰਘ ਮਾਨ ਕਿੰਨੀ ਵਾਰ ਤੁਸੀਂ ਦੇਖਿਆ ਕਿ ਸ਼ਰਾਬ ਪੀ ਕੇ ਇੱਕ ਜ਼ਿੰਮੇਵਾਰ ਪਾਰਟੀ ਦਾ ਇੱਕ ਜ਼ਿੰਮੇਵਾਰ ਪ੍ਰੈਜ਼ੀਡੈਂਟ ਕਦੀ ਇੱਥੇ ਡਿੱਗਦਾ ਕਦੀ ਉੱਥੇ ਡਿੱਗਦਾ, ਕਦੀ ਇੱਥੇ ਰੋਟੀ ਨਹੀਂ ਖਾਂਦਾ ਕਦੀ ਉੱਥੇ ਰੋਟੀ ਨਹੀਂ ਖਾਂਦਾ, ਔਰ ਆਪਣੀ ਮਾਤਾ ਦੀ ਸਹੁੰ ਖਾਦੀ ਉਸਨੇ ਬਰਨਾਲੇ ਵਿਖੇ ਦਿੱਲੀ ਉਹਦੇ ਆਪਣੇ ਪ੍ਰਧਾਨ ਨੂੰ ਲਾ ਕੇ ਵੱਡਾ ਇਕੱਠ ਕਰਕੇ ਆਪਣੀ ਮਾਤਾ ਨੂੰ ਸਟੇਜ ਤੇ ਖੜੀ ਕਰਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ। ਲੇਕਿਨ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ, ਥੋੜੇ ਹਫ਼ਤਿਆਂ ਬਾਅਦ ਹੀ ਵਿੰਗਾ ਡੇਡਾ ਡਿੱਗਦਾ ਫਿਰਦਾ ਤੁਹਾਡੇ ਸਾਹਮਣੇ ਪਾਰਲੀਮੈਂਟ ਵਿੱਚ ਜਾ ਕੇ ਸ਼ਰਾਬ ਪੀ ਕੇ ਨਜ਼ਰ ਆਇਆ। ਇਸ ਕਰਕੇ ਮੇਰੇ ਭੈਣੋ ਤੇ ਭਰਾਓ, ਇਹ ਤਾਂ ਹੋ ਗਈ ਸੂਬੇ ਦੀ ਗੱਲ, ਆਪਣੇ ਹਲਕੇ ਸਮੇਂ ਦੀ ਘਾਟ ਹੈ। ਮੈਨੂੰ ਬਹੁਤ ਫਖਰ ਆ ਵਿਸ਼ਪਾਲ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਕਿ ਤੁਹਾਡੇ ਨਗਰ ਵਿੱਚ ਇਹਨਾਂ ਨੇ ਬਹੁਤ ਹਿੰਮਤ ਨਾਲ ਕਾਫੀ ਕੰਮ ਕਰਾਇਆ ਵਾ। 35 ਲੱਖ ਰੁਪਏ ਦੀ ਗਰੀਬ ਤੁਹਾਨੂੰ ਇਸ ਨਗਰ ਜੈਦਾਂ ਨੂੰ ਪਹੁੰਚ ਚੁੱਕਾ ਵਾ ਤੇ 20 ਲੱਖ ਰੁਪਇਆ ਤੁਹਾਨੂੰ ਅਸੀਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਫੇਰ ਦੇ ਰਹੇ ਹਾਂ, ਜਿਹੜੀ ਸਾਡੀ ਗ੍ਰਾਂਟ ਬਣੀ ਹੈ। ਉਹਦੇ ਤੁਸੀਂ ਸਟਰੀਟ ਲਾਈਟ ਵੀ ਲਾਓ, ਸ਼ਮਸ਼ਾਨ ਘਾਟ ਦਾ ਵੀ ਕੰਮ ਕਰੋ, ਇੰਟਰਲੋਕਿੰਗ ਜਿਹੜੀਆਂ ਰਹਿ ਗਈਆਂ ਨੇ, ਪਿੰਡ ਦਾ ਨਾਲਾ ਜਿਹੜਾ ਗੰਦਾ ਉਸ ਨੂੰ ਜ਼ਰੂਰ ਬਣਾਓ। ਉਸ ਤੋਂ ਬਾਅਦ ਫਿਰ ਪੈਸੇ ਹੋਣੇ ਨੇ ਇਲੈਕਸ਼ਨ ਤੋਂ ਪਹਿਲਾਂ, ਜਿੰਨੇ ਵੀ ਹੋ ਸਕਦੇ ਹੋਵੇ ਤੁਹਾਡੇ ਪਿੰਡ ਨੂੰ ਜ਼ਰੂਰ ਜਾਣਗੇ। ਇਸ ਤਰ੍ਹਾਂ ਨਾਲ ਪਹਿਲਾਂ ਵੀ ਆਪਾਂ ਇਸ ਹਲਕੇ ਦੇ ਵਿੱਚ ਨਵੀਂ ਲਿੰਕ ਰੋਡਸ ਪੈਦਾ ਕੀਤੀਆਂ। ਵਿਸ਼ਪਾਲ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇੱਕ ਨਵਾਂ ਬਹੁਤ ਅੱਛੀ ਵੱਡੀ 4.5 ਕਰੋੜ ਦੀ ਲਾਗਤ ਨਾਲ ਦਾ ਲਿੰਕ ਅਸੀਂ ਬਣਾਉਣ ਲੱਗੇ ਆ। ਮਾਡਲ ਟਾਊਨ ਤੋਂ ਸਿੱਧਾ ਬੇਗੋਵਾਲ ਨੂੰ 100 ਫੁੱਟ ਦੀ ਸੜਕ, ਤੇ ਜਿਹੜੀ ਤੁਹਾਡੀ ਬੇਗੋਵਾਲ ਤੋਂ ਭਟੂਰੇ ਨੂੰ ਆਉਂਦੀ ਇਸ ਨੂੰ ਰਿਪੇਅਰ ਕਰਕੇ ਉਹ ਵੀ 3.5 ਕੇ 4 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਇਸੇ ਤਰ੍ਹਾਂ ਹੀ ਭਲੱਥ ਬੇਗੋਵਾਲ ਸਾਰੀਆਂ ਸੜਕਾਂ ਆਉਣ ਵਾਲੇ ਦਿਨਾਂ 'ਚ ਰਹਿ ਗਈ ਹੈ, ਉਹ ਹੈਗੀ ਭਲੱਥ ਤੇ ਭੋਗਪੁਰ। ਉਸ ਨੂੰ ਮੈਂ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਹੈ, ਉਹਨੂੰ ਕਿਸੇ ਨਾ ਕਿਸੇ ਸਕੀਮ ਦੇ ਵਿੱਚ ਲਿਆ ਕੇ ਉਹਨੂੰ ਆਪਾਂ ਛੇਤੀ ਪਾਉਣਾ, ਕਿਉਂਕਿ ਬਹੁਤ ਮਾੜੀ ਹਾਲਤ ਹੈ ਭਲੱਥ ਤੇ ਭੋਗਪੁਰ ਨੂੰ ਜਾਣ ਵਾਲੀ ਸੜਕ ਦਾ। ਇਸ ਨਾਲ ਪਿੰਡਾਂ ਦੇ ਸਕੂਲਸ ਦੇ ਪੈਸੇ, ਥੋੜੇ ਦਿਨ ਪਹਿਲਾਂ ਅਸੀਂ ਬਰਿਆਰ ਵਿੱਚ 15 ਲੱਖ ਰੁਪਇਆ 2 ਸਮਾਰਟ ਕਲਾਸਰੂਮਸ ਬਣਾਏ ਨੇ। ਮੇਰੇ ਆਪਣੇ ਪਿੰਡ ਨੂੰ 3 ਸਮਾਰਟ ਕਲਾਸਰੂਮਸ ਰਾਮਗੜ੍ਹ ਵਿੱਚ ਬਣ ਕੇ ਤੇ 22 ਲੱਖ ਰੁਪਏ ਦੀ ਲਾਗਤ ਨਾਲ ਬਣਨੇ। ਤੇ ਰਾਮਗੜ੍ਹ ਦੇ ਲੋਕ ਬੈਠੇ ਸਾਹਮਣੇ ਕੁਝ ਆਏ ਨੇ ਕੁਦਰਤੀ ਕੰਮ ਵਾਸਤੇ, ਇਹਨਾਂ ਨੇ ਸਕੂਲ ਨੂੰ 10ਵੀਂ ਤੋਂ ਅਪਗ੍ਰੇਡ ਕਰਕੇ 12ਵੀਂ ਤੱਕ ਲੈ ਗਏ। ਫੁੱਫਾਰਾਵਾਂ ਦੇ ਬੈਠੇ ਨੇ, ਅਮਰੀਕ ਸਿੰਘ ਖੜਾ ਹੋਇਆ ਸਰਪੰਚ ਮੰਗੀ ਮੇਰਾ ਅਜ਼ੀਜ਼ ਹੈ, ਉਹਦੇ ਸਕੂਲ ਨੂੰ ਅਸੀਂ 10ਵੀਂ ਤੋਂ ਅਪਗ੍ਰੇਡ ਕਰਕੇ 12ਵੀਂ ਤੱਕ ਲੈ ਕੇ ਜਾਣਾ। ਤੁਸੀਂ ਪਿੰਡ ਦੀ ਡਿਸਪੈਂਸਰੀ ਕੀਤੀ ਹੈ, ਸਰਪੰਚ ਸਾਹਿਬ ਨੇ ਜੇਕਰ ਮੈਨੂੰ ਇਮੀਡੀਏਟਲੀ ਮੰਡੇ ਨੂੰ ਮਨੀਸ਼ ਨਾਲ ਬੈਠ ਕੇ ਤੁਸੀਂ ਨੋਟ ਬਣਾ ਕੇ ਦਿਓ, ਮੈਂ ਹੈਲਥ ਮਿਨਿਸਟਰ ਨਾਲ ਸਪੈਸ਼ਲੀ ਗੱਲ ਕਰਕੇ ਕੋਸ਼ਿਸ਼ ਤਾਂ ਮੈਂ ਕਰੂੰਗਾ ਕਿ ਸਰਕਾਰ ਆਪਣੇ ਖਰਚੇ ਤੇ ਦੁਬਾਰਾ ਬਿਲਡਿੰਗ ਬਣਾ ਕੇ ਡਾਕਟਰ ਤਾਇਨਾਤ ਕਰੇ ਤਾਂ ਕਿ ਤੁਹਾਡੇ ਸਕੂਲਾਂ ਤੁਹਾਡੇ ਪਿੰਡਾਂ ਨੂੰ ਇਹਦਾ ਅਹਿਸਾਸ ਹੋ ਸਕੇ। ਇਹਦਾ ਫਾਇਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਪ੍ਰੋਜੈਕਟ ਹੈ, ਜਿਹੜਾ ਕਿ ਤੁਹਾਡੇ ਨਾਲ ਸ਼ਾਇਦ ਤੁਹਾਨੂੰ ਘੱਟ ਰੱਖਦਾ, ਲੇਕਿਨ ਬਿਆਸ ਦਰਿਆ ਦੇ ਉੱਤੇ ਜਿਹੜਾ ਤੁਸੀਂ ਦਾ ਬੰਨ ਹੈ, ਇਹ ਬਹੁਤ ਮੇਰੀ ਪੁਰਾਣੀ ਇੱਕ ਯਤਨ ਹੈ ਤੇ ਮੈਂ ਹੁਣ ਇਸ ਸਰਕਾਰ ਵਿੱਚ ਉਹਨੂੰ ਅੰਜਾਮ ਦੇਣਾ। ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਸ੍ਰੀ ਹਰਗੋਬਿੰਦਪੁਰ ਨੂੰ ਜਿਹੜਾ ਬਿਆਸ ਦਰਿਆ ਦੇ ਉੱਤੇ ਪੁਲ ਹੈ ਨਾ, ਉਹ ਟਾਹਲੀ ਪਿੰਡ ਤੇ ਉੱਥੋਂ ਤੁਸੀਂ ਬੰਨ ਦੇ ਉੱਤੇ ਇੱਕ ਨਵੀਂ ਸੜਕ ਕ੍ਰੀਏਟ ਕਰਨ ਲੱਗੇ ਆ, ਜਿਹੜੀ ਢਿੱਲਵਾਂ ਦੇ ਪੁਲ ਦੇ ਉੱਤੇ ਜਾ ਕੇ ਟੱਚ ਕਰੇਗੀ। 32-33 ਕਿਲੋਮੀਟਰ ਉਹਦੀ ਲਾਮ ਹੈ ਤੇ 15 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਮੈਂ ਇਹ ਵੀ ਗੱਲ ਚੀਫ ਮਿਨਿਸਟਰ ਸਾਹਿਬ ਨਾਲ, ਸਾਡੇ PWD ਮਿਨਿਸਟਰ ਨਾਲ, ਵਿਕਾਸ ਪ੍ਰਤਾਪ ਸਿੰਘ ਜਿਹੜੇ PWD ਦੇ ਸੈਕਟਰੀ ਨੇ, ਔਰ ਜਿਹੜੇ ਚੀਫ ਮਿਨਿਸਟਰ ਦੇ ਆਫਿਸ ਵਿੱਚ ਸਭ ਤੋਂ ਸੀਨੀਅਰ ਅਫਸਰ ਆ, ਉਹਨਾਂ ਨਾਲ ਗੱਲ ਕਰਕੇ ਮੈਂ ਉਹਦੇ ਪਿੱਛੇ ਚੜਿਆ ਹੋਇਆ ਵਾਂ ਤੇ ਮੈਨੂੰ ਪੂਰਨ ਆਸ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਤੁਸੀਂ ਬੰਦ ਦਾ ਵੱਡਾ ਸੜਕ ਦਾ ਪ੍ਰੋਜੈਕਟ ਜਿਹੜਾ 35-40 ਪਿੰਡਾਂ ਨੂੰ ਆਪਣੇ ਹਲਕੇ 'ਚ ਫਰਕ ਪਾਵੇਗਾ ਤੇ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰੋਂ ਆਉਂਦੀ ਟ੍ਰੈਫਿਕ ਸਿੱਧੀ ਸੁਲਤਾਨਪੁਰ ਲੋਧੀ, ਜਿਹੜਾ ਗੁਰੂ ਨਾਨਕ ਸਾਹਿਬ ਦਾ 550ਵਾਂ ਬਰਾ ਜਿਹੜਾ ਆਪਾਂ ਮਨਾਉਣ ਜਾ ਰਹੇ ਹਾਂ ਸਭ ਤੋਂ ਵੱਡਾ, ਉਹਨੂੰ ਕਨੈਕਟੀਵਿਟੀ ਹੋਵੇਗੀ। ਕਿਉਂਕਿ ਉਸ ਤੋਂ ਅੱਗੇ ਢਿਲਵਾਂ ਤੋਂ ਵਾਇਆ ਉੱਚਾ ਸੁਲਤਾਨਪੁਰ ਨੂੰ ਸੜਕ ਆਲਰੇਡੀ ਬਣੀ ਹੋਈ ਹੈ। ਸੋ ਇਸ ਤਰ੍ਹਾਂ ਨਾਲ ਬਹੁਤ ਕੁਝ ਹੋਰ ਕਰਨ ਵਾਲਾ ਰਹਿੰਦਾ, ਲੇਕਿਨ ਸਾਰਾ ਕੁਝ ਇੱਕ ਵਾਰੀ 'ਚ ਨਹੀਂ ਹੁੰਦਾ ਤੇ ਮੇਰੇ ਕੋਲ ਸਮਾਂ ਵੀ ਮੇਰਾ ਥੋੜਾ ਖਰਾਬ ਹੋਇਆ ਤੇ ਇਸ ਕਰਕੇ ਮੈਂ ਇਹਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰੂੰਗਾ। ਮੈਂ ਹਮੇਸ਼ਾ, ਮੇਰੇ ਪਿਤਾ ਜੀ ਮੈਨੂੰ ਸਿਖਾ ਕੇ ਗਏ ਨੇ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਉਹਨਾਂ ਦੀ ਹਰ ਮੁਮਕਿਨ ਮਦਦ ਕਰਨੀ ਆ, ਉਹਨਾਂ ਦੇ ਦੁੱਖ ਸੁੱਖ ਵਿੱਚ ਜਾਣਾ ਵਾ। ਮੈਨੂੰ ਜਿੱਥੇ ਪਤਾ ਲੱਗਦਾ ਕਿ ਮੇਰੇ ਹਲਕੇ ਦੇ ਵਿੱਚ ਕੋਈ ਅਹਿਮ ਵਿਅਕਤੀ ਦੀ ਮੌਤ ਹੋਈ, ਮੈਂ ਉੱਥੇ ਪਹੁੰਚਦਾ, ਕਿਸੇ ਨੂੰ ਲੋੜ ਪੈ ਜਾਂਦੀ ਮੈਂ ਉੱਥੇ ਮਦਦ ਕਰਦਾ ਹਾਂ। ਔਰ ਜ਼ਿਆਦਾ ਮੈਂ ਦਲਿਤਾਂ ਨੂੰ, ਗਰੀਬਾਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ
ਜਿਹੜਾ ਵਿਚਾਰ ਹੈ ਸਾਡੇ ਹਮੇਸ਼ਾ ਤੁਹਾਡੇ ਨਾਲ ਧੜਕਦੇ, ਕਿਉਂਕਿ ਤੁਹਾਨੂੰ ਬਹੁਤ ਕਮੀ ਰਹਿੰਦੀ ਹੈ। ਔਰ ਇੱਕ ਗੱਲ, ਮੈਂ ਆਉਣ ਵਾਲੇ ਦਿਨਾਂ 'ਚ ਨਾ ਇੱਕ ਕੈਂਪ ਲਾਉਣ ਜਾ ਰਿਹਾ ਆਪਣੇ ਹਲਕੇ 'ਚ। ਉਹਦੇ 'ਚ 4 ਡਿਪਾਰਟਮੈਂਟਸ ਇਨਵੋਲਵ ਕਰ ਰਹੇ, ਟੈਕਨੀਕਲ ਐਜੂਕੇਸ਼ਨ, ਇੱਕ ਰੂਰਲ ਡਿਵੈਲਪਮੈਂਟ, ਇੱਕ ਅਰਬਨ ਡਿਵੈਲਪਮੈਂਟ, ਇੱਕ ਲੇਬਰ ਡਿਪਾਰਟਮੈਂਟ। ਇਹਨਾਂ ਚਾਰਾਂ ਮਹਿਕਮਿਆਂ ਦੇ ਕੋਲ ਆ ਜਿਹੜੇ ਕੁਝ ਬੱਚੇ ਖੜੇ ਨੇ ਨਾ, ਜਿੱਦਾਂ ਤੁਹਾਡੇ ਗਰੀਬਾਂ ਦੇ ਜਿਨ੍ਹਾਂ ਨੂੰ ਨਹੀਂ ਨੌਕਰੀ ਮਿਲਦੀ, ਦੇਖੋ ਸਾਰੇ ਤਾਂ ਪੜ੍ਹ ਹੀ ਨਹੀਂ ਸਕਦੇ, ਕੁਝ ਲੋਕ 10ਵੀਂ 'ਚੋਂ ਰਹਿ ਗਏ, ਕੁਝ ਲੋਕ 8ਵੀਂ 'ਚੋਂ ਰਹਿ ਗਏ। ਉਹਨਾਂ ਦੇ ਵਾਸਤੇ ਇੱਕ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਕੈਂਪ ਮੈਂ ਲਾਉਣ ਜਾ ਰਿਹਾ। ਮੈਂ ਤੁਹਾਡੀ ਰਜਿਸਟ੍ਰੇਸ਼ਨ ਕਰਾਉਂਗਾ, ਤੁਹਾਨੂੰ ਇਹਨਾਂ ਨੂੰ ਕਹੂੰਗਾ ਤੁਹਾਨੂੰ ਆਵਾਜ਼ ਲਾਉਣਗੇ, ਜਿੰਨੇ ਬੱਚੇ ਮਰਜ਼ੀ ਲੈ ਲਓ ਤੁਸੀਂ। ਉਹਨਾਂ ਨੂੰ ਅਸੀਂ ਕੋਰਸ ਵੀ ਸਿਖਾਵਾਂਗੇ, ਉਹਨਾਂ ਨੂੰ ਹੁਨਰ ਸਿਖਾਵਾਂਗੇ, ਕਿਸੇ ਨੂੰ ਪਲੰਬਰ ਦਾ ਸਿਖਾਵਾਂਗੇ, ਕਿਸੇ ਨੂੰ ਵੈਲਡਰ ਦਾ ਸਿਖਾਵਾਂਗੇ, ਕਿਸੇ ਨੂੰ ਇਲੈਕਟ੍ਰੀਸ਼ੀਅਨ ਬਣਾਵਾਂਗੇ। ਨਾਲੇ ਤਾਂ ਉਹਨਾਂ ਨੂੰ ਕੋਰਸ ਵਰਕ ਸਿਖਾਵਾਂਗੇ ਤੇ ਨਾਲੇ ਉਹਨਾਂ ਨੂੰ ਵਜ਼ੀਫਾ ਲਾਵਾਂਗੇ। ਘੱਟੋ ਘੱਟ 7 ਤੋਂ 8,000 ਰੁਪਇਆ ਹਰ ਬੱਚੇ ਨੂੰ ਮੈਂ ਵਜ਼ੀਫਾ ਲਾ ਕੇ ਨਾਲ ਤੁਹਾਨੂੰ ਦਊਂਗਾ। ਔਰ ਮੈਂ ਚਾਹੁੰਦਾ ਹਾਂ ਇਹ ਸਕੀਮ ਕਿਸੇ ਨੇ ਪੰਜਾਬ ਵਿੱਚ ਇੱਕ ਲਾਗੂ ਨਹੀਂ ਕੀਤੀ। ਇਹ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਪਹਿਲ ਕਦਮੀ ਕਰਕੇ, ਮੇਰੇ ਵੱਲੋਂ ਇਸ ਹਲਕੇ ਦੇ ਵਿੱਚ ਯਤਨ ਹੋਊਗਾ ਕਿ ਜ਼ਿਆਦਾ ਨਹੀਂ ਤੇ 5,000 ਗਰੀਬ ਬੱਚੇ ਨੂੰ ਆਪਾਂ ਇਹਨਾਂ ਕੋਰਸਾਂ ਦੇ ਵਿੱਚ ਲਾ ਸਕੀਏ, ਕਿ ਉਹਨਾਂ ਨੂੰ ਨਾਲ ਵਜ਼ੀਫਾ ਦਵਾ ਸਕੀਏ, ਨਾਲੇ ਕੰਮ ਸਿੱਖਣ, ਨਾਲੇ ਆਪਣੇ ਘਰ ਵਿੱਚ ਜਾ ਕੇ ਆਪਣੇ ਮਾਂ ਪਿਓ ਨੂੰ ਰੋਟੀ ਖਵਾਉਣ। ਇਹ ਛੇਤੀ ਤੋਂ ਛੇਤੀ ਅਸੀਂ ਅਗਲਾ ਕੰਮ ਇਹ ਕਰਨ ਜਾ ਰਹੇ ਹਾਂ। ਅੱਜ ਯੂਥ ਕਲੱਬ, ਜਿਹੜਾ ਤੁਹਾਡੇ ਪਿੰਡ ਦੇ ਯੂਥ ਨੇ, ਬੱਚੇ ਨੇ, ਉਹਨਾਂ ਨੂੰ ਅਸੀਂ ਵਰਜਿਸ਼ ਦੀ ਮਸ਼ੀਨ ਦੇਣ ਜਾ ਰਹੇ ਹਾਂ। ਮਲਟੀ ਸਟੇਸ਼ਨ, 3 ਮਲਟੀ ਸਟੇਸ਼ਨ ਮਲਟੀਪਰਪਸ ਜਿਮਨੇਜ਼ੀਅਮ ਬਾਹਰ ਪਿਆ, ਤੁਸੀਂ ਦੇਖਿਆ ਹੋਣਾ, ਉਹਦੇ ਨਾਲ ਬੈਂਚ ਨੇ, ਰੋਡਸ ਨੇ। ਉਹ ਸਭ ਨੂੰ ਮੈਂ ਕਹੂੰਗਾ ਕਿ ਉਹਦਾ ਇਸਤੇਮਾਲ ਕਰੋ, ਐਕਸਰਸਾਈਜ਼ ਜ਼ਰੂਰ ਕਰਿਆ ਕਰੋ। ਮੈਂ ਪਿੱਛੇ ਵੀ ਬੈਂਚ ਗਿਆ ਕਿ ਇੱਕ ਛੋਟੀ ਜਿਹੀ ਗੱਲ ਦਾ ਰਿਪੀਟ ਕਰ ਦੇਣਾ ਕਿ ਸਿਹਤ ਬਿਨਾਂ ਹੋਰ ਕੁਝ ਚੰਗਾ ਨਹੀਂ ਕਰਦਾ। ਅੰਗਰੇਜ਼ੀ 'ਚ ਨਾ ਇੱਕ ਛੋਟਾ ਜਿਹਾ ਕੋਡ ਹੈ, ਉਹ ਕਹਿੰਦੇ ਹੈਲਥ ਇਜ਼ ਵੈਲਥ, ਮਤਲਬ ਕਿ ਸਿਹਤ ਤੁਹਾਡਾ ਅਸਲੀ ਸਰਮਾਇਆ ਵਾ। ਫਰਜ਼ ਕਰੋ ਤੁਹਾਡੇ ਕੋਲ ਇੱਕ ਪਾਸੇ ਬਹੁਤ ਪੈਸਾ ਪਿਆ ਵਾ ਬੈਂਕ ਦੇ ਵਿੱਚ, ਤੇ ਇੱਕ ਪਾਸੇ ਤੁਹਾਡੀ ਸਿਹਤ ਖਰਾਬ ਹੋ ਗਈ, ਗੁਰਦੇ ਖਰਾਬ ਹੋ ਗਏ, ਆਪਾਂ ਪੈਸੇ ਨੂੰ ਕੀ ਕਰਾਉਣਾ ਵਾ। ਇਸ ਕਰਕੇ ਦਿਨ ਵਿੱਚ 1 ਘੰਟਾ ਆਪਣੀ ਸਰੀਰ ਵਾਸਤੇ, ਜਿੱਦਾਂ ਆਪਾਂ ਆਪਣੇ ਮਕਾਨ ਨੂੰ ਨਹੀਂ ਚੰਗਾ ਰੱਖਦੇ, ਰੰਗ ਰੋਗਨ ਕਰਾਉਣੇ ਆ, ਠੀਕ ਰਿਪੇਅਰ ਕਰਾਉਣੇ, ਇਹ ਤਾਂ ਸਰੀਰ ਵੀ ਮੰਗਦਾ ਰਿਪੇਅਰ। ਇਹਦਾ ਧਿਆਨ ਰੱਖਣਾ ਵਾ। ਜੇ ਤੁਸੀਂ ਇਹਦਾ ਧਿਆਨ ਨਹੀਂ ਰੱਖੋਗੇ, ਇਹ ਆਪੇ ਸਾਥ ਛੱਡ ਜਾਏਗਾ। ਪਿੰਡਾਂ ਲੋਕੀ ਕੰਮ ਨਹੀਂ ਕਰਦੇ, ਵਜ਼ਨ ਵਧਾ ਲੈਂਦੇ ਨੇ, ਗੋਡੇ ਖਰਾਬ ਹੋ ਜਾਂਦੇ ਨੇ, ਜੁਆਇੰਟਸ ਖਰਾਬ ਹੋ ਜਾਂਦੇ ਨੇ, ਆਰਥਰਾਈਟਿਸ ਜੋੜਾਂ ਦੀ ਬਿਮਾਰੀ ਜਿਹੜੀ ਗਠੀਆ ਤਾਂ ਹੀ ਹੁੰਦਾ ਨੇ ਜਦੋਂ ਆਪਾਂ ਕੁਛ ਨਹੀਂ ਕਰਨਾ। ਮੈਂ ਤੁਹਾਡੇ ਸਾਹਮਣੇ ਮਿਸਾਲ ਹੈ, ਉਮਰ ਤੱਕ ਕਿਸੇ ਦਾ ਨਹੀਂ ਪਤਾ, ਕੋਈ ਵੀ ਕਿਸੇ ਦੇ ਸਵਾਸ ਬਾਰੇ ਕੁਛ ਨਹੀਂ ਪਤਾ, ਪਰ ਮੈਂ ਯਤਨ ਕਰਦਾ, ਮੇਰੇ ਕੋਲ ਟਾਈਮ ਵੀ ਘੱਟ ਹੈ, ਤੁਹਾਡੇ ਕੋਲ ਤਾਂ ਟਾਈਮ ਵੀ ਹੁੰਦਾ ਵਾ, ਕਿ ਮੈਂ ਯਤਨ ਕਰਦਾ ਕਿ ਹਫ਼ਤੇ ਵਿੱਚ ਜ਼ਿਆਦਾ ਨਹੀਂ ਤਾਂ 4-5 ਦਿਨ ਦਾ ਜ਼ਰੂਰ 1 ਘੰਟਾ ਆਪਣੀ ਐਕਸਰਸਾਈਜ਼ ਕਰਾਂ। ਕਿਉਂਕਿ ਜਿਹੜਾ ਸਾਡਾ ਦਿਲ ਹੈ ਨਾ, ਇਹ ਇੰਨੇ ਨਾਪ ਦਾ ਵਾ। ਇਹ ਬੇਸਿਕਲੀ ਕੀ ਹੈਗਾ, ਇਹ ਮਸਲ ਹੈ। ਇਹ ਜਿੱਦਾਂ ਆਪਣੇ ਪੱਟਾਂ ਦੇ ਮਸਲ ਨੇ, ਬਾਹਾਂ ਦੇ ਆਮ ਮਸਲਸ ਨੇ ਨਾ, ਇਹ ਮਸਲ ਹੈ। ਜੇ ਆਪਾਂ ਇਹਦਾ ਪ੍ਰੋਪਰਲੀ ਇਸਤੇਮਾਲ ਨਹੀਂ ਕਰਾਂਗੇ, ਇਹ ਦਿਲ ਜਿਹੜਾ ਇਹਦੀਆਂ ਮਸਲ ਢਿਲਕਾ ਜਾਂਦੀਆਂ ਨੇ, ਤੇ ਫਿਰ ਇਹ ਖੂਨ ਸਪਲਾਈ ਨਹੀਂ ਕਰ ਸਕਦਾ, ਤਾਂ ਇਹਨੂੰ ਹਾਰਟ ਅਟੈਕ ਹੁੰਦੇ ਨੇ ਤੇ ਹਾਰਟ ਦੀਆਂ ਬਿਮਾਰੀਆਂ। ਸਭ ਤੋਂ ਵੱਡਾ ਔਰਗਨ ਇਹ ਹੈ। ਫਿਰ ਬਾਕੀ ਗੱਲਾਂ ਤਾਂ ਹੁਣ ਤੇ ਲੰਬਾ ਟਾਈਮ ਬਹੁਤ ਲੱਗ ਜਾਣਾ, ਮੈਂ ਫਿਰ ਕਿਸੇ ਦਿਨ ਕਹੂੰਗਾ। ਪਰ ਲੇਡੀਜ਼ ਨੂੰ ਵੀ ਕਹਿਣਾ ਚਾਹੁੰਦੇ, ਜੇ ਤੁਸੀਂ ਹੋਰ ਕੁਝ ਨਹੀਂ ਨਾ ਕਰ ਸਕਦੇ, ਕੋਸ਼ਿਸ਼ ਕਰਿਆ ਕਰੋ 1 ਘੰਟਾ ਸੈਰ ਹੀ ਕਰੋ। 1 ਘੰਟਾ ਸੈਰ, 5-6 ਕਿਲੋਮੀਟਰ ਘੱਟੋ ਘੱਟ, ਥੋੜਾ ਜਿਹਾ ਸਪੀਡ ਨਾਲ। ਇਹ ਨਹੀਂ ਕਿ ਸੈਰ ਕਰ ਰਹੇ ਆ ਤੇ ਗੱਪਾਂ ਜ਼ਿਆਦਾ ਮਾਰ ਰਹੇ, ਉਹਦਾ ਨਹੀਂ ਫਾਇਦਾ ਕੋਈ ਵੀ। ਥੋੜਾ ਜਿਹਾ ਪਤਾ ਲੱਗੇ, ਪਸੀਨਾ ਆਵੇ। ਤੇ ਜਿਹੜੇ ਬੱਚੇ ਖੜੇ ਨੇ, ਠੀਕ ਹੈ, ਮਸ਼ੀਨ ਆ ਗਈ ਆ, ਜਿਮ ਵਗੈਰਾ ਦਾ ਫੈਸ਼ਨ ਆ, ਲੋ ਮੈਂ ਤੁਹਾਨੂੰ ਬੱਚਿਆਂ ਨੂੰ ਕਹਿਣਾ ਚਾਹੁੰਦਾ, ਕਰਕੇ ਦੇਖੋ। 1 ਦਿਨ ਦਾ ਸਿਰਫ 100 ਡੰਡ ਤੇ 100 ਬੈਠਕ ਕਰ ਦਿਓ, ਕੋਈ ਮਸ਼ੀਨ ਨਹੀਂ ਚਾਹੀਦੀ, ਕੁਝ ਨਹੀਂ ਚਾਹੀਦਾ। 100 ਡੰਡ ਤੇ 100 ਬੈਠਕ, ਆਪਣੇ ਆਪ ਤੁਹਾਡੀ ਜਿਸਮਾਨੀ ਸ਼ਕਲ ਜਿਹੜੀ ਸ਼ੇਪ ਆ ਉਹ ਠੀਕ ਹੋ ਜਾਏਗੀ, ਬਾਹਾਂ ਠੀਕ ਹੋ ਜਾਂਦੀਆਂ, ਕੱਪੜੇ ਪਾਏ ਅੱਛੇ ਲੱਗਦੇ ਨੇ। ਇਸ ਕਰਕੇ ਸਿਹਤ ਦੇ ਉੱਤੇ ਫੋਕਸ ਵੀ ਉਨਾ ਹੀ ਦੇਣਾ ਵਾ ਜਿੰਨਾ ਆਪਾਂ ਪੜ੍ਹਾਈ ਤੇ ਦਿੰਦੇ ਆ। ਇਹ ਦੋਨੋਂ ਬਰਾਬਰ ਦੇ ਪਹੀਏ ਨੇ ਕਿਸੇ ਵੀ ਗੱਡੀ ਦੇ, ਇਹਨਾਂ ਨੂੰ ਆਪਾਂ ਬਰਾਬਰ ਨਾਲ ਅਹਿਮੀਅਤ ਦੇਣਾ। ਅੱਜ ਅਸੀਂ ਉਹ ਮਲਟੀਪਰਪਸ ਜਿਮ ਮਸ਼ੀਨ ਤੁਹਾਡੇ ਨਗਰ ਦੇਣ ਜਾ ਰਹੇ ਆ। ਇਹਨੂੰ ਜੰਗ ਨਹੀਂ ਲੱਗਣਾ ਚਾਹੀਦਾ। ਉਹ ਪਿੱਛੇ ਜਿਹੜੇ ਖੜੇ ਨੇ, ਕੱਲੀ ਫੋਟੋ ਨਹੀਂ ਖਿਚਾਉਣੀ, ਕਮਰਾ ਵੀ ਲਾ ਕੇ ਇਹਨੂੰ ਜੋ ਹੋ ਸਕੇ AC ਵੀ ਲਾ ਦਈਏ, ਤਾਂ ਕਿ ਗਰਮੀ 'ਚ ਵੀ ਬੱਚੇ ਐਕਸਰਸਾਈਜ਼ ਕਰਨ ਔਰ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਸਾਰੇ ਨਗਰਾਂ ਦੇ ਅੱਛੇ ਪਤਵੰਤੇ ਸੱਜਣਾਂ ਦਾ ਸਭ ਦਾ ਮੈਂ ਸ਼ੁਕਰੀਆ ਅਦਾ ਕਰਦਾ। ਉਮੀਦ ਹੈ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ, ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਮੈਂ ਆਪਣੇ ਦਿਲ ਤੋਂ ਗੱਲ ਕਰਦਾ, ਮੈਂ ਕਦੀ ਬਣਾਉਟੀ ਗੱਲ ਨਹੀਂ ਕੀਤੀ ਜ਼ਿੰਦਗੀ 'ਚ। ਔਰ ਮੈਂ ਸੱਚੀਆਂ ਗੱਲਾਂ ਕਰਨ ਦਾ ਖਮਿਆਜ਼ਾ ਅੱਜ ਤੱਕ ਮੈਂ ਭੁਗਤ ਰਿਹਾ। ਮੈਨੂੰ ਕੋਈ ਚਿੰਤਾ ਨਹੀਂ, ਜਦ ਤੱਕ ਤੁਸੀਂ ਨਾਲ ਹੋ, ਜਦ ਤੱਕ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਹੈ, ਉਦੋਂ ਤੱਕ ਮੈਨੂੰ ਕਿਸੇ ਦੀ ਹੋਰ ਚਿੰਤਾ ਨਹੀਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਪਿਆਰ ਨਾਲ ਇੱਕ ਵਾਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਇਹ ਗੱਲਾਂ ਚੰਗੀਆਂ ਲੱਗੀਆਂ ਤਾੜੀ ਮਾਰੋ। ਹਾਂ, ਇੱਕ ਸਰ ਦਾ